सर उन्हें हाँ मेरे तो ना ब्लैंक पेपर पे भी साइन करा यार क्यों किए? तो सबसे पहले कल मुझे अगर नहीं दे मुझे फोन कर, मैं इमीडिएट ईमेल कर दूंगा कि पुलिस वालों ने, मैं अभी कर देता हूँ, रुक अभी कर रहा हूँ 1 मिनट में। कि लवप्रीत लब्बा जी, आप सोच के देखो, इमेजिन करो आपके एक पेपर पे नीचे साइन है, उस पर कुछ भी आपका बयान लिखा हो सकता है कि हाँ जी वो लड़का ऐसे पहले ही था या ऐसा नहीं था। छोड़ो, एडमिशन लिख देंगे कि हाँ जी मैं मारे बच्चे नु। हाँ जी, उनका क्या है? ਤੇ ਮੈਂ ਕਿਹਾ ਉਹਦੀ ਬੋਡੀ ਸਿਲੀ ਨਹੀਂ ਸੀ ਤੇ ਉਹ ਕਹਿੰਦੇ ਕਿ ਉਹਨਾਂ ਦੀ ਮਰਜ਼ੀ ਹੁੰਦੀ ਡਾਕਟਰ ਦੀ ਤੇ ਉਹ ਉਦਾਂ ਹੀ ਬੋਡੀ नो 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 नो, कुत्ते की मौत थोड़ी मारे, बंदा मरिया इंसान सी यार, वो कोई जानवर या कोई वो थोड़ी सी। लिख देने कित्थों दे कहंदे सी, केड़ी कोई नंबर है किसी पुलिस वाले ਦਾ? ਨਹੀਂ ਸਾਡੇ ਤੋਂ ਨਹੀਂ ਹੈਗਾ। ਹਾਂ ਹੈਗਾ ਇੱਕ ਨੰਬਰ ਹੈਗਾ, ਕੰਟੈਕਟ ਨੰਬਰ ਉਹਨਾਂ ਨੇ ਫੋਨ ਕੀਤਾ ਸੀ ਆਉਣ ਤੋਂ ਪਹਿਲਾਂ, ਜਗ੍ਹਾ ਪੁੱਛਦੇ ਸੀ। ਦਿਓ ਨੰਬਰ ਦਿਓ ਮੈਨੂੰ ਹੁਣੇ ਦੇ। ਵਿੱਚੇ ਦੋ ਤੁਸੀਂ। ਹੁਣੇ ਲੈ ਰਿਹਾ ਮੈਨੂੰ ਲਾਈਨ ਤੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ। ਐਡਵੋਕੇਟ ਸੁਨੀਲ ਮੱਲਨ ਤੇ YouTube ਚੈਨਲ ਅਤੇ ਲਿਮਟਿਡ ਗਿਆਨ YouTube ਚੈਨਲ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਹਰਚਰਨ ਸਿੰਘ ਪੀਲੀਭੀਤ ਕਤਲ ਕਾਂਡ ਬਾਰੇ ਸਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਜਿਸ ਕੇਸ ਦੇ ਨਾਲ ਤੁਸੀਂ ਸਾਰੇ ਇੱਕ ਭਾਵਨਾਤਮਕ ਤੌਰ ਤੇ ਜੁੜੇ ਹੋਏ ਹੋ। ਸਾਨੂੰ ਹਰ ਰੋਜ਼ ਅਨੇਕਾਂ ਆਉਣ ਵਾਲੇ ਮੈਸੇਜ, ਫੋਨ ਕਾਲਸ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਕਿਤੇ ਨਾ ਕਿਤੇ ਤੁਹਾਡੀ ਹਰ ਸਮੇਂ ਨਜ਼ਰ ਇਸ ਕੇਸ ਤੇ ਰਹਿੰਦੀ ਹੈ ਕਿ ਇਸ ਕੇਸ ਦੇ ਵਿੱਚ ਕਦੋਂ ਕੁਝ ਨਵਾਂ ਸਾਹਮਣੇ ਅਪਡੇਟ ਆਉਂਦਾ ਹੈ, ਕਦੋਂ ਹਰਚਰਨ ਸਿੰਘ ਪੀਲੀਭੀਤ ਨੂੰ ਇਨਸਾਫ ਦੇ ਰਸਤੇ ਦੇ ਵਿੱਚ ਕੋਈ ਨਵਾਂ ਕਦਮ, ਕੋਈ ਨਵਾਂ ਵੱਡਾ ਖੁਲਾਸਾ ਸਾਹਮਣੇ ਆਉਂਦਾ, ਉਸ ਤੇ ਤੁਹਾਡੀਆਂ ਨਜ਼ਰਾਂ ਹਰ ਸਮੇਂ ਟਿਕੀਆਂ ਰਹਿੰਦੀਆਂ ਨੇ। ਸੋ ਦੋਸਤੋ, ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਕੁਝ ਖਾਸ ਹੈ, ਕੁਝ ਵੱਡੇ ਖੁਲਾਸੇ, ਕੁਝ ਹੋਰ ਨਵਾਂ ਅਪਡੇਟ ਅੱਜ ਤੁਹਾਡੇ ਸਾਹਮਣੇ ਹੋਵੇਗਾ। ਸੋ ਸਾਰੇ ਦੋਸਤ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਨਾਲ ਹੀ ਇੱਕ ਰਿਕੁਐਸਟ ਜ਼ਰੂਰ ਕਰਦੀ ਹੈ ਜੋ ਕਿ ਜ਼ਰੂਰੀ ਵੀ ਹੈ ਦੋਸਤੋ ਟੈਕਨੀਕਲ ਪੱਖ ਤੋਂ, ਕਿ ਸਾਰੇ ਦੋਸਤ ਨੋਟੀਫਿਕੇਸ਼ਨ ਬੈਲ ਆਲ ਤੇ ਜ਼ਰੂਰ ਸਿਲੈਕਟ ਕਰ ਲਓ ਤਾਂ ਕਿ ਹਰ ਇੱਕ ਅਪਡੇਟ ਦੇ ਨਾਲ ਤੁਸੀਂ ਅਪ ਟੂ ਡੇਟ ਰਹਿ ਸਕੋ, ਕਿਉਂਕਿ YouTube ਕੁਝ ਗਾਈਡਲਾਈਨਸ ਕਰਕੇ ਸਾਡੇ ਕੁਝ ਅਪਡੇਟ ਨੂੰ ਹਟਾ ਰਿਹਾ ਹੈ। ਇਸ ਕਰਕੇ ਵੀ ਰਿਕੁਐਸਟ ਹੈ ਕਿ ਤੁਸੀਂ ਨੋਟੀਫਿਕੇਸ਼ਨ ਬੈਲ ਆਲ ਤੇ ਸਿਲੈਕਟ ਰੱਖੋ ਤਾਂ ਕਿ ਉਸੇ ਸਮੇਂ ਤੁਹਾਡੇ ਕੋਲ ਵੀਡੀਓ ਪਹੁੰਚੇ। ਸੋ ਸਭ ਤੋਂ ਪਹਿਲਾਂ ਤਾਂ ਸੁਨੀਲ ਮੱਲਨ ਜੀ ਐਡਵੋਕੇਟ, ਨਿੰਮਾ ਜੀ ਜੋ ਕਿ ਯੂਪੀ ਪੀਲੀਭੀਤ ਪੂਰਨਪੁਰ ਤੋਂ ਨੇ, ਤੇ ਨਾਲ ਹੀ ਹਰਚਰਨ ਸਿੰਘ ਦੇ ਇੱਕ ਹੋਰ ਦੋਸਤ ਲਵਪ੍ਰੀਤ ਸਿੰਘ ਲੱਭਾ ਵੀ ਸਾਡੇ ਨਾਲ ਅੱਜ ਦੀ ਇੰਟਰਵਿਊ ਦੇ ਵਿੱਚ ਮੌਜੂਦ ਨੇ ਜੋ ਕਿ ਕੁਝ ਖਾਸ ਗੱਲਾਂ ਬਾਤਾਂ ਕਰਨਗੇ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ। ਸਭ ਤੋਂ ਪਹਿਲਾਂ ਤਾਂ ਐਡਵੋਕੇਟ ਸਾਹਿਬ ਤੁਹਾਨੂੰ ਸਵਾਲ ਹੈ ਕਿ ਜੋ ਕੋਸ਼ਿਸ਼ਾਂ ਨੇ, ਜੋ ਮਿਹਨਤ ਹੈ, ਕੀ ਰੰਗ ਲਿਆਉਣ ਲੱਗੀ ਹੈ ਜੀ? ਇਸ ਤਰ੍ਹਾਂ ਦੀ ਚਿੱਠੀਆਂ ਜਾਰੀਆਂ ਨੇ ਰੈਗੂਲਰ ਜਿਹੜੇ ਸਰਕਾਰੀ ਮਹਿਕਮੇ ਉਹਨਾਂ ਨੂੰ, ਔਰ ਉਹਦੇ 'ਚ ਸਵਾਲ ਪੁੱਛੇ ਜਾ ਰਹੇ ਨੇ, ਆਰਟੀਆਈ ਜਾ ਰਹੀ ਹੈ, ਨੋਟਿਸ ਜਾ ਰਹੇ ਨੇ, ਔਰ ਉਹਦੇ ਕਰਕੇ ਉੱਥੇ ਹਲਚਲ ਨਹੀਂ ਸ਼ੁਰੂ ਹੋ ਗਈ ਹੈ। ਔਰ ਉਸ ਹਲਚਲ ਬਾਰੇ ਵੀ ਦੱਸਿਆ ਜਾਏਗਾ ਕਿ ਕੀ ਹਲਚਲ ਹੋਈ ਹੈ, ਕਿਉਂਕਿ ਪੁਲਿਸ ਡਾਕਟਰਾਂ ਨੂੰ ਜਵਾਬ ਦੇਣਾ ਪੈਣਾ ਹੈ ਜੀ। ਹਾਂਜੀ ਸਰ, ਦੀ FIR ਵਗੈਰਾ ਹੋਈ ਹੈ ਜਾਂ ਕ੍ਰਾਈਮ ਬ੍ਰਾਂਚ ਤੋਂ ਕੇਸ ਪਹੁੰਚਾ ਹੈ, ਉਸ ਤੋਂ ਬਾਅਦ 'ਚ ਅੱਜ ਪਹਿਲੀ ਵਾਰ ਪੁਲਿਸ ਆਈ ਆ। ਹਾਂਜੀ ਸਰ, ਕੀ ਕਹਿ ਰਹੇ ਸੀਗੇ ਤੁਸੀਂ? ਮੈਂ ਕਹਿ ਰਿਹਾ ਕਿ ਜਿਹੜੀਆਂ ਸੀ ਜਦੋਂ ਪੁਲਿਸ ਸੋ ਗਈ ਸੀ ਆਪਣੇ ਘਰੇ, ਡਾਕਟਰਾਂ ਨੇ ਝੂਠੀ ਰਿਪੋਰਟਾਂ ਬਣਾਤੀਆਂ ਸੀ ਲੋਕਲ ਲਿਟੀਗੈਂਟ ਸੈਸ਼ਨ ਜੱਜ ਸਾਹਿਬ ਨੂੰ, ਔਰ ਡਾਕਟਰਾਂ ਨੂੰ CM ਯੋਗੀ ਨੂੰ ਸਾਰੀਆਂ ਚਿੱਠੀਆਂ ਪਾਈਆਂ ਗਈਆਂ ਸੀ। ਤੇ ਅੱਜ ਮੈਂ ਵੱਡੇ ਨੈਸ਼ਨਲ ਮੀਡੀਆ ਦੇ ਬੰਦਿਆਂ ਨਾਲ ਵੀ ਕੰਟੈਕਟ ਕਰ ਲਿਆ, ਨੈਸ਼ਨਲ ਲੈਵਲ ਦਾ ਮੀਡੀਆ ਹੁਣ ਇਸ ਨਾਲ ਸਾਡੇ, ਉਹਨਾਂ ਚਿੱਠੀਆਂ ਦੇ ਵਿੱਚ ਜੋ ਮੈਂ ਸਵਾਲ ਮੰਗੇ ਨੇ, ਸਵਾਲਾਂ ਦੇ ਜਵਾਬ ਮੰਗੇ ਨੇ, ਉਹ ਦੇਣੇ ਮੁਸ਼ਕਲ ਹੋ ਜਾਣਗੇ ਉਹਨਾਂ ਨੂੰ, ਕਿਉਂਕਿ ਜਦੋਂ ਸੂਚਨਾ ਲੁਕਾਈ ਹੈ, ਫੋਰ ਐਗਜ਼ਾਮਪਲ ਪੋਸਟਮਾਰਟਮ ਦੀ ਰਿਪੋਰਟ ਜਾਲੀ ਬਣਾਈ ਜਾਂ ਘੱਟ ਬਣਾਈ, ਕਾਨੂੰਨ 'ਚ ਇਹਦੀ ਕੋਈ ਵੀ ਪ੍ਰਕਿਰਿਆ ਐਸੀ ਨਹੀਂ ਹੈ ਕਿ ਉਹਨਾਂ ਨੂੰ ਮਾਫ ਕਰ ਦੇਗਾ, ਉਹਨਾਂ ਲੋਕਾਂ ਨੂੰ ਦੋਸ਼ੀ ਬਣਾਇਆ ਜਾਏਗਾ। ਔਰ ਜਿਹੜੇ ਵੀ ਪੁਲਿਸ ਵਾਲੇ ਇਨਵੋਲਵ ਸੀ ਉਹ ਭੱਜੇ ਫਿਰਦੇ ਨੇ। ਅੱਜ ਪੀਲੀਭੀਤ ਤੋਂ ਲੈ ਕੇ ਪੂਰਨਪੁਰ ਤੱਕ, ਪੂਰਨਪੁਰ ਤੋਂ ਲੈ ਕੇ ਨਿੰਮੇ ਵੀਰ ਘਰ, ਕੁੜੀ ਵਾਲਿਆਂ ਦੇ ਘਰ, ਇਹ ਕਹਿੰਦੇ ਸੀ ਕਿ ਆਪਾਂ ਨਿੰਮੇ ਵੀਰ ਨਾਲ ਗੱਲ ਕਰ ਲਈਏ ਪਹਿਲਾਂ, ਔਰ ਤਾਂ ਕਿ ਸਰ ਤੁਹਾਡਾ ਹੁਣ 1 ਮਿੰਟ ਮਾਫ ਕਰਨਾ, ਤੁਹਾਡੀ ਹੁਣ ਆਵਾਜ਼ ਕਲੀਅਰ ਆ ਰਹੀ ਹੈ। ਤੁਸੀਂ ਜੋ ਬੋਲਿਆ ਸੀ ਪਲੀਜ਼ ਰਿਪੀਟ ਕਰ ਦਿਓ, ਕੁਝ ਸਮਝ ਨਹੀਂ ਆਇਆ ਹੋਣਾ, ਪਹਿਲਾਂ ਨਾ ਕੱਟ ਰਿਹਾ ਸੀ ਵਿੱਚ। ਮੈਂ ਆਪਣੀ ਵੀਡੀਓ ਆਫ ਕਰਕੇ ਰਿਪੀਟ
ਰੀਡ ਕਰ ਦਿੰਦਾ। ਹਾਂਜੀ ਮੈਂ ਇਹ ਕਹਿ ਰਿਹਾ ਕਿ ਜਿੰਨੀ ਵੀ ਮੈਂ ਅੱਜ ਤੱਕ ਚਿੱਠੀਆਂ ਪਾਈਆਂ ਨੇ, ਨੋਟਿਸ ਪਾਏ ਨੇ ਜਾਂ ਆਰਟੀਆਈ ਪਾਈ ਹੈ ਪੀਲੀਭੀਤ ਨੂੰ, ਜਿਹੜੇ ਸੀਐਮ ਸਾਹਿਬ ਹੈ, ਮਾਨਯੋਗ ਚੀਫ ਜਸਟਿਸ ਨੇ, ਆਪਣਾ ਇਲਾਹਾਬਾਦ ਹਾਈ ਕੋਰਟ ਦੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੇ ਸਾਡੇ ਜੱਜ ਸਾਹਿਬ, ਤੇ ਐਸਐਸਪੀ ਹੈ ਡਾਕਟਰ ਨੇ, ਉਹਨਾਂ ਨੂੰ ਮੇਰੇ ਨੋਟਿਸ, ਮੇਰੀਆਂ ਚਿੱਠੀਆਂ ਮੇਰੇ ਪ੍ਰੋਪਰ ਕਾਰਵਾਈ ਲਈ ਗਈਆਂ। ਔਰ ਉਹਨਾਂ ਦਾ ਸਦਕੇ ਜਿਹੜੀ ਪੁਲਿਸ ਵਾਲਿਆਂ ਨੂੰ ਵੀ ਹੁਣ ਨੀਂਦ ਆਰਾਮ ਹੋਈ ਹੈ ਕਿ ਸਾਡੇ ਤੇ ਕਾਰਵਾਈ ਚੱਲੇਗੀ। ਉਸ ਕਰਕੇ ਪੁਲਿਸ ਵਾਲੇ ਅੱਜ ਨਿੰਮੇ ਵੀਰ ਦੇ ਘਰ ਆਏ ਨੇ, ਕੁੜੀ ਵਾਲਿਆਂ ਦੇ ਘਰ ਗਏ ਨੇ, ਤੇ ਹੋਰ ਵੀ ਇਹੋ ਜਿਹੀਆਂ ਹਰਕਤਾਂ ਸ਼ੁਰੂ ਹੋ ਗਈਆਂ ਨੇ ਜਿਹਦੀ ਪੁਸ਼ਟੀ ਨਿੰਮਾ ਵੀਰ ਆਪਣੇ ਮੂੰਹ ਕਰਨਗੇ ਕਿ ਕੀ ਹੋਇਆ ਅੱਜ। ਔਰ ਬਾਕੀ ਪੁਸ਼ਟੀਆਂ ਮੈਂ ਵੀ ਨਾਲ ਨਾਲ ਕਰਾਂਗਾ ਕਿ ਕਿੱਦਾਂ ਇਹ ਕਾਰਵਾਈ ਹੁਣ ਚੱਲਣੀ ਸ਼ੁਰੂ ਹੋਈ ਹੈ। ਉਸ ਤੋਂ ਇਲਾਵਾ ਮੈਂ ਨੈਸ਼ਨਲ ਮੀਡੀਆ ਨਾਲ ਵੀ ਕੰਟੈਕਟ ਕਰ ਚੁੱਕਾ ਔਰ ਬਹੁਤ ਜਲਦੀ ਇਹ ਸਾਰਾ ਮੁੱਦਾ ਮੈਂ ਨੈਸ਼ਨਲ ਮੀਡੀਆ ਤੱਕ ਲੈ ਕੇ ਜਾਣਾ ਹੈ। ਆਪਾਂ ਪਹਿਲਾਂ ਨਿੰਮੇ ਵੀਰ ਨਾਲ ਤੇ ਉਧਰ ਦੂਜੇ ਪਾਸੇ ਲਵਪ੍ਰੀਤ ਵੀਰ ਹੈ ਸਾਡਾ ਡੱਬਾ, ਉਹ ਇਸ ਵੇਲੇ ਖੇਤਾਂ 'ਚ ਜਿਹੜੇ ਡੰਗਰਾਂ ਤੋਂ ਬਚਾਉਣ ਲਈ ਬਣਿਆ ਹੁੰਦਾ ਉਹਦੇ 'ਚ ਵਿਚਾਰਾ ਬੈਠਾ ਹੈ, ਪਰ ਹਨੇਰਾ ਹੋ ਚੁੱਕਿਆ ਹੈ। ਤੇ ਥੋੜੀ ਜਿਹੀ ਗੱਲ ਉਹਦੇ ਨਾਲ ਕਰ ਲਈਏ, ਤੁਹਾਡੀ ਮੇਰੀ ਵਾਰਤਾਲਾਪ ਤੇ ਆਪਾਂ ਬਾਅਦ 'ਚ ਵੀ ਰਿਕਾਰਡ ਕਰ ਲਾਂਗੇ, ਜਿਹੜੀਆਂ ਗੱਲਾਂ ਬਚਣਗੀਆਂ ਆਪਾਂ ਬਾਅਦ 'ਚੋਂ ਕਰ ਲਾਂਗੇ। ਆਪਾਂ ਨਿੰਮੇ ਵੀਰ ਕੋਲੋਂ ਪੁੱਛ ਲਈਏ ਸਾਰੇ ਸਵਾਲ ਵੀ ਅੱਜ ਕੀ ਹੋਇਆ, ਕੌਣ ਆਇਆ ਸੀ, ਕੀ ਉਹਨਾਂ ਨੇ ਦੱਸਿਆ ਤੇ ਕੀ ਇਹ ਪੁਸ਼ਟੀ ਕਰਦੇ ਨੇ। ਹਾਂਜੀ ਜ਼ਰੂਰ ਦੱਸੋ ਜੀ ਅੱਜ ਜੋ ਵੀ ਕਾਰਵਾਈ ਗੱਲਬਾਤ ਹੋਈ ਆ। ਹਾਂਜੀ ਚਾਰ ਜਣੇ ਆਏ ਸੀਗੇ ਪੁਲਿਸ ਭਰਤੀ 'ਚ। ਅੱਛਾ ਜੀ। मैं पूछा ਸੀਗਾ ਕਿ ਸਰ ਕਹਾਂ ਸੇ ਆਏ ਹੋ, ਤੇ ਉਹਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਤੋਂ ਆ। ਤੇ ਉਸ ਤੋਂ ਬਾਅਦ ਚ ਟੋਟਲੀ ਬਿਆਨ ਜਿਹੜਾ ਉਹਨਾਂ ਨੇ ਲਿਆ, ਜਿਹੜਾ ਪਹਿਲਾਂ ਦਿੱਤਾ ਸੀਗਾ ਥਾਣੇ 'ਚ, ਉਹੀ ਸੇਮ ਮੈਂ ਫੇਰ ਦਿੱਤਾ ਸਾਰਾ, ਜਿੰਨੇ ਵਜੇ ਗਏ ਸੀਗੇ, ਟਾਈਮ ਵਗੈਰਾ ਜਾਂ ਕੁਝ ਵੀ ਆ। ਅੱਛਾ ਮਤਲਬ ਉਹੀ ਸੀਨ ਦੁਬਾਰੇ ਪੁੱਛੇ। ਹਾਂਜੀ ਟੋਟਲ ਉਹੀ ਸਾਰਾ ਬਿਆਨ ਲਿਆ, ਲਿਖਤੀ ਹੈ। ਹਾਂਜੀ ਲਿਖਤੀ ਬਿਆਨ ਹੋਇਆ। ਨਹੀਂ ਨਿੰਮੇ ਵੀਰ ਉਹਨਾਂ ਲੋਕਾਂ ਨੇ ਆਪਣੀ ਕੋਈ ਦੱਸੀ ਕਿੱਥੋਂ ਆਏ ਨੇ ਤੇ ਹਾਂਜੀ ਮੈਂ ਪੁੱਛਿਆ ਇਹ ਪੁੱਛਣਾ ਵੀ ਅੱਗੇ ਤੋਂ ਧਿਆਨ ਰੱਖਣਾ ਹੈ ਉਹਨਾਂ ਦੀ ਵਰਦੀ ਦੇ ਉੱਤੇ, ਉਹਨਾਂ ਦੀ ਵਰਦੀ ਦੇ ਉੱਤੇ ਉਹਨਾਂ ਦਾ ਨੰਬਰ ਪਲੇਟ ਹੁੰਦਾ, ਤੇ ਜਿਹੜੇ ਤੁਸੀਂ ਬਿਆਨ ਦੇਣੇ ਉਹਨੂੰ ਕਹਿਣਾ ਪਹਿਲਾਂ ਕਾਰਬਨ ਕਾਪੀ ਰੱਖ, ਮੇਰੀ ਕਾਪੀ ਮੈਨੂੰ ਦੇ ਕੇ ਜਾ। ਉਹ ਜਾ ਕੇ ਪੁਲਿਸ ਵਾਲੇ ਇੰਨੇ ਖਰਾਬ ਨੇ ਕਿ ਤੇਰੇ ਬਿਆਨਾਂ ਦੇ ਉੱਤੇ ਟੇਪ ਨਾਲ ਕੋਈ ਹੋਰ ਲਾਈਨ ਲਿਖ ਦੇਣ। ਸੋ ਇਸ ਕਰਕੇ ਕਾਰਬਨ ਕਾਪੀ ਰੱਖਣੀ ਹੈ। ਔਰ ਇਹ ਵੀ ਯਾਦ ਰੱਖਣਾ ਜਦੋਂ ਇਹ ਬਿਆਨ ਹੋਣਗੇ ਤੇਰੇ ਦੁਬਾਰਾ ਪੜਾਉਣੇ ਮੈਂ ਤੈਨੂੰ, ਜੇ ਤੈਨੂੰ ਲੱਗੇਗਾ ਕੁਝ ਗੜਬੜ ਹੋਈ ਹੈ ਤੇ ਆਪਾਂ ਉਹਦੀ ਫੋਰੈਂਸਿਕ ਜਾਂਚ ਲਈ ਵੀ ਉਹ ਕਾਗਜ਼ ਭੇਜਾਂਗੇ, ਤੇ ਜਿਹੜੇ ਪੁਲਿਸ ਵਾਲੇ ਨੇ ਤੇਰੇ ਬਿਆਨ ਲਏ ਉਹ ਅੰਦਰ ਜਾਏਗਾ ਜੇਲ੍ਹ 'ਚ, ਯਾਦ ਰੱਖੀ। ਜੇ ਕੋਈ ਛੇੜਛਾੜ ਹੋਈ ਬਿਆਨਾਂ ਨਾਲ, ਜਿਹੜਾ ਪੁਲਿਸ ਵਾਲਾ ਕਹੇ ਮੈਂ ਬਿਆਨ ਲੈਣੇ, ਉਹਨੂੰ ਕਹੋ ਭਾਈ ਸਾਹਿਬ ਆਪਣਾ ਆਇਡੈਂਟੀ ਕਾਰਡ, ਉਹਨੂੰ ਕਹਿਣਾ ਵੀ ਲਿਖਤੀ ਦੇ ਮੈਨੂੰ ਕਿ ਇਸ ਕੇਸ 'ਚ ਮੈਂ ਬਿਆਨ ਲੈਣ ਲੱਗਾ। ਤੇ ਜਿਹੜੀ ਵੀ ਕੋਈ ਤੁਸੀਂ ਉਹਨੂੰ ਸਬੂਤ ਦਿੰਦੇ ਹੋ, ਕੁਝ ਵੀ ਦਿੰਦੇ ਹੋ, ਉਹਦੀ ਫਰਦ ਮਕਬੂਜਾ ਬਣਦੀ ਹੈ। ਫਰਦ ਮਕਬੂਜਾ ਬਣਾ ਕੇ ਜਾਂ ਆਪਣੇ ਬਿਆਨਾਂ 'ਚ ਲਿਖਾਣਾ ਵੀ ਆਪਣਾ ਬਤੌਰ ਸਬੂਤ ਹੈ। ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਸੀ, ਸਮਝ ਨਹੀਂ ਆ ਰਿਹਾ। ਹਾਂ ਕੈਮਰਾ ਆਫ ਕਰਕੇ ਬੋਲਦੇ ਕਰੋ ਸਰ। ਜਦੋਂ ਵੀ ਮੈਂ ਇਹ ਕਹਿਣਾ ਕਿ ਜਦੋਂ ਵੀ ਪੁਲਿਸ ਵਾਲਾ ਕੋਈ ਤੁਹਾਡੇ ਕੋਲ ਆਵੇ, ਲੱਭੇ ਵੀ ਤੁਸੀਂ ਵੀ ਧਿਆਨ ਰੱਖਣਾ ਲਵਪ੍ਰੀਤ, ਉਹਨੂੰ ਕਹਿਣਾ ਭਾਈ ਸਾਹਿਬ ਆਪ ਆਪਣਾ ਆਈਡੀ ਕਾਰਡ ਦਿਖਾਓ, ਉਹਦੇ ਆਇਡੈਂਟੀ ਕਾਰਡ ਦੀ ਕਾਪੀ ਲੈਣੀ ਹੈ। ਨਾ ਆਇਡੈਂਟੀ ਕਾਰਡ ਦੀ ਕਾਪੀ ਦੇਵੇ ਤੇ ਦੂਸਰੀ ਗੱਲ ਉਹਨੂੰ ਕਹਿੰਦੇ ਜੀ ਲਿਖਤੀ ਸੰਮਨ ਦੇ ਮੈਨੂੰ ਕਿ ਤੂੰ ਮੇਰੇ ਕਿਹੜੇ ਕੇਸ 'ਚ ਬਿਆਨ ਲੈਣ ਆਇਆ, ਤੂੰ ਕੌਣ ਹੈ, ਨੰਬਰੀ ਪਰਵਾਨਾ ਉਹਨੂੰ ਕਹਿੰਦੇ ਨੇ ਵੀ ਨੰਬਰੀ ਪਰਵਾਨਾ ਦੇ। ਜੇ ਉਹ ਤੁਹਾਡੀ ਗੱਲ ਨਾ ਸੁਣੇ ਤੇ ਕਹਿਣਾ ਜੀ ਆ ਵਕੀਲ ਸਾਹਿਬ ਦਾ ਨੰਬਰ ਹੈ, ਉਹਨਾਂ ਨਾਲ ਗੱਲ ਕਰੋ, ਤੁਹਾਡਾ ਦੋਨਾਂ ਦਾ ਮੈਂ ਨੰਬਰ ਸੇਵ ਕਰ ਲਵਾਂ, ਮੈਂ ਜਿੱਥੇ ਵੀ ਹੋਵੇ ਤੁਹਾਡਾ ਫੋਨ ਸੁਣਾਗਾ। ਧੱਕਾ ਨਹੀਂ ਹੋਣ ਦੇਣਾ। ਜਿਹੜੇ ਪੁਲਿਸ ਵਾਲੇ ਕੌਣ, ਉਹਨੂੰ ਕਹੋ ਜੀ ਮੈਂ ਤੁਹਾਡੀ ਵੀਡੀਓ ਰਿਕਾਰਡਿੰਗ ਵੀ ਬਣਾਉਣੀ ਹੈ ਕਿ ਤੁਸੀਂ ਕੌਣ ਹੋ, ਤੁਸੀਂ ਕਿਹਾ ਮੈਂ ਕ੍ਰਾਈਮ ਬ੍ਰਾਂਚ, ਤੇ ਤੁਹਾਡੇ ਕੋਲ ਆਇਡੈਂਟੀ ਕਾਰਡ ਵੇਚਣ ਦਾ ਪੂਰਾ ਅਧਿਕਾਰ ਹੈ ਪੁਲਿਸ ਦਾ। ਉਹਦੀ ਨੰਬਰ ਪਲੇਟ ਲਿਖੀ ਹੁੰਦੀ ਲਿਖਿਆ, ਪਰ ਜੇ ਉਹ ਕ੍ਰਾਈਮ ਬ੍ਰਾਂਚ ਜਾਂ ਕੁਝ ਵੀ ਕਵੇ ਤੇ ਉਹਦੀ ਪਲੇਟ ਵੇਖਣ ਦਾ ਤੁਹਾਡੇ ਕੋਲ ਪੂਰਾ ਅਧਿਕਾਰ ਹੈ, ਯਾਦ ਰੱਖਿਓ। ਠੀਕ ਹੈ ਜੀ, ਠੀਕ ਹੈ ਜੀ। ਵਕੀਲ ਸਾਹਿਬ ਦਾ ਨੰਬਰ ਵੀ ਸੇਵ ਕਰ ਲਿਓ, ਕਦੇ ਵੀ ਜ਼ਰੂਰਤ ਪਵੇ ਵਕੀਲ ਸਾਹਿਬ ਜਿਵੇਂ ਉਹਨਾਂ ਨੇ ਕਹਿ ਹੀ ਦਿੱਤਾ ਕਿ ਹਰ ਸਮੇਂ ਤੁਹਾਡੇ ਨਾਲ ਕੰਟੈਕਟ 'ਚ ਰਹਿਣਗੇ, ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦੇਣਾ। ਦੇਖੋ ਮੌਕਾ ਤੁਸੀਂ ਸਾਂਭਣਾ ਹੈ, ਪਰ ਮੈਂ ਪਿੱਛੇ ਤੁਹਾਡੀ ਪਾਵਰ ਆ ਔਰ ਤੁਹਾਡੇ ਨਾਲ ਧੱਕਾ ਨਹੀਂ ਹੋਣ ਦੇਣਾ, ਕਿਸੇ ਗਲਤ ਕੰਮ ਨੂੰ ਨਹੀਂ ਹੋਣ ਦੇਣਾ। ਮੌਕੇ ਤੇ ਸਤਰਕਤਾ ਤੁਹਾਡੀ ਹੈ, ਤੁਸੀਂ ਸਤਰਕ ਰਹਿਣਾ ਹੈ। ਠੀਕ ਸਰ। ਜਿਹੜਾ ਵੀ ਪੁਲਿਸ ਵਾਲੇ ਆਉਣ ਉਹਨੂੰ ਕੋਈ ਆਪਣਾ ਮੋਬਾਈਲ ਨੰਬਰ ਦਿਓ, ਆਪਣੇ ਮੋਬਾਈਲ ਤੋਂ ਉਹਦੇ ਮੋਬਾਈਲ ਤੇ ਉਸੇ ਬੈਲ ਰੀਚ ਕਰਨਾ, ਨੰਬਰ ਸਹੀ ਲਿਖਾਉਂਦੇ ਆ। ਸਰ ਇੱਕ ਗੱਲ ਹੋਰ ਰਿਕੁਐਸਟ ਕਰਨੀ ਚਾਹਾਂਗਾ ਇੱਥੇ ਜੀ। ਨਿੰਮਾ ਵੀਰ ਨੇ ਕਾਲ ਕਰਕੇ ਕਿਹਾ ਸੀਗਾ ਵੀ ਇੱਧਰ ਜਿਹੜੇ ਪੀਲੀਭੀਤ ਤੇ ਯੂਪੀ ਏਰੀਏ ਦੇ ਆਪਣੇ ਪੰਜਾਬੀ ਭਰਾ ਵੀ ਨੇ, ਵੀ ਉਹਨਾਂ ਦੀ ਇੱਕ ਰਿਕੁਐਸਟ ਹੈ ਵੀ ਹਿੰਦੀ ਦੇ ਵਿੱਚ ਜ਼ਰੂਰ ਕਰਿਆ ਕਰੋ ਜੀ। ਆਪਾਂ थोड़ी इन्फॉर्मेशन हिंदी च भी ऐड कर दिए। जितनी बातें करेंगे हम हिंदी में करेंगे, अगले
सारे हिंदी में करेंगे जी, वादा रहा। ठीक है निम्बे ਵੀਰ ਇੱਕ ਵਾਰ ਤੁਸੀਂ ਹਿੰਦੀ ਚ ਰਿਪੀਟ ਕਰ ਦਿਓ ਹਨਾ। हिंदी में बना के मैं दोबारा बोलूँ। ਮੈਂ ਇੱਕ ਵਾਰ ਹਿੰਦੀ ਚ ਨਿੰਮਾ ਵੀਰ ਰਿਪੀਟ ਕਰ ਦਿੰਦੇ ਨੇ ਥੋੜੀ ਜੀ ਸੰਖੇਪ ਦੇ ਵਿੱਚ। वो सर वो आए थे हमारे पास, 4 लोग आए थे, तो उन्होंने कहा कि हम क्राइम ब्रांच से आए हैं और आपका बयान लेना है। जो भी है सारा बयान लिया उन्होंने मेरा, उसके बाद में वो लवप्रीत के यहाँ चले गए थे। ठीक लवप्रीत जी आपसे क्या पूछा कि उन्होंने? हाँ जी, जो वही पूछा था जो उस दिन हुआ था, इसलिए वही पूछ रहे थे क्या क्या हुआ था, कैसे गए थे, कितने टाइम पे गए थे, कितने समय पे गए थे। कुछ अलग नहीं, कुछ अलग इन्वेस्टिगेशन किए हो आज, कुछ अलग से पूछा हो या कोई अलग बर्ताव दिखा हो आपको उनका? नहीं, उन्होंने यही कहा था, यही निर्मल सिंह बता रहे थे जो तुम बता रहे हो, तो यही वो कह रहे थे। वो 3 जाने थे हमारे पास आए। अच्छा आपको ये कंफर्म करके गए हैं कि जो लवप्रीत के बयान थे। लवप्रीत निम्मा जी आपके पास कितने पुलिस वाले आए थे? 4 लोग आए थे सर। मतलब एक टीम में से कम था जो लवप्रीत के पास गई है। और ये भी इंफॉर्मेशन आई है जो वकील साहब इस पे बताएंगे कि पता चला लड़की वालों के पास भी जाकर आए हैं वो। देखो आपको मैं एक और बात बता दूं, जब भी अपने आपने बयान देने हैं, मेरी आवाज ठीक है? हाँ जी हाँ ठीक है जी। उसमें आपने अगली बार जब बयान देने हैं या कोई पूछे तो आपने अपना हरशरण की जो शारीरिक हालात थे कि उसके चेहरे में कोई निशान नहीं था, वो बिल्कुल तंदुरुस्त था, कोई चोट का निशान नहीं था। जब हमने उसको वो मोटरसाइकिल से उतरा है वहां से लेके वो मतलब खेत के रास्ते जाने तक, जैसे आपने इंटरव्यू में बताया है पहले, ये बड़ी इंपॉर्टेंट लाइन है। और जो सच है वही बोलना है। मैं आपको पढ़ा नहीं रहा, मैं आपको शब्द नहीं दे रहा। अगर उसके सच में पूरी बॉडी पे किसी किस्म का कोई निशान नहीं था तो आपने बोलना है कि उसके पूरे शरीर पे किसी किस्म की चोट, फोड़ा हिंसी का निशान या कट का निशान नहीं था जब आपने उसको छोड़ा है, जब आपके साथ वो इतनी दूर। जब आपने 9:15 पे वहां पे छोड़ा हरचरण को, उस समय हरचरण बिल्कुल ठीक ठाक था, कोई चोट नहीं थी, कोई झरीट नहीं थी उसके शरीर पे, जैसे कि आपने पहले भी अपने इंटरव्यू में बताया है। वही बात वकील साहब के कहने का मतलब है कि वही सच बताना है आगे भी। और जो आपने फोटोग्राफी करी है, मान लो आपने या पुलिस वालों ने, जिसने भी जो फोटोग्राफी करी है, तो आपने ये भी बताना है कि इस बंदे ने उस मौके पे अपने मोबाइल पे या प्रोफेशनल फोटोग्राफर के साथ फोटोग्राफी करी है। जैसे पुलिस वाले जब बॉडी ले उन्होंने फोटोग्राफी करी होगी या आप लोगों ने करी होगी, कुछ वीडियोस मेरे पास भी आए हैं, कुछ फोटोग्राफ भी आए हैं, तो आपने वो तथ्य भी बताने हैं। मतलब बिल्कुल जो सच है वही बताना है उससे, क्योंकि सच को रखना पड़ता, झूठ को याद करना पड़ता है, और झूठ को याद रखने के लिए दिमाग पे बोझ आता है और उसमें भाषा बदल जाती है। और आपको वो डराए धमकाए, पर आपने अपने सही बयान देने हैं और बिल्कुल उतने देने हैं जितनी बात पता है। अगर कोई वो आपको ऐसा सवाल पूछे जिसके 2 मतलब निकलते हो, ठीक, तो आपने उस जवाब में मतलब को क्लियर करना है। एग्जाम्पल मैं ये पूछूं, क्या आपको आपकी बीवी ने जूते से मारना बंद कर दिया है? अगर आप हाँ कहते हैं तो इसका मतलब पहले मारती थी, और ना कहते हैं तो मतलब हाँ कहते हैं कि हाँ मारना बंद कर दिया है, तो वो अगर ना कहते हो तो इसके मतलब आज तक वो पिटाई हो रही है। तो आपने उस सवाल का डबल मीनिंग वाला जवाब हाँ या ना में नहीं देना, आपने उसका जवाब पूरे जवाब में देना है कि हाँ आज तक हमारी कभी लड़ाई नहीं हुई, कभी ऐसी मार पिटाई नहीं हुई। तो वो बात का जवाब बड़े ध्यान से देना। ये लोग चालाक होते हैं क्योंकि ये पूरी शंका है सबको कि पुलिस वालों ने दूसरी पार्टी से 10 लाख खाया है या क्या किया है, जिस वजह से उन्होंने रिपोर्टें गलत बनाई हैं। अब कौन सी वो पार्टी है, किन्होंने लड़का मारा है, वो तो पुष्टि पुलिस करेगी। बट ये बात पक्की है कि पुलिस ने और मेडिकल टीम ने मिलके रिश्वत खाई है, मोटी रिश्वत खाई है, जिस वजह से जाली रिपोर्टें बनी है। और उन रिपोर्टों के ऊपर मेरा नोटिस, मेरी चिट्ठी, मेरी आरटीए गई है और उस पर कोई ना कोई आफत मची है। उनको डर लगना शुरू हो गया पुलिस। हाँ जी, तभी ये आनंद फानंद में भागे हैं कि इनको गले में फंदा पड़ रहा है जी। उनको टेंशन हो रही है कि अब ये क्या कर दिया हमने, अब हमारे पीछे कोई पड़ गया है। देखो आप लोग भोले हो, गांव वाले हो, आपको ये प्रोसीजर नहीं पता, पर हम तो रोज ऐसे केस डील करते हैं, हमें पता है। मैं फिर कह रहा हूँ, भगवान को हाजिर रख के, अपने वाहिगुरु को हाजिर रख के झूठ नहीं बोलना। हमने किसी नाजायज को नहीं सजा दिलानी, पर जायज बच गया तो हम शर्म से डूब के ही मर जाएंगे।
हमने बचने भी नहीं देना चोर को, पर किसी साधु को फंसाना भी नहीं है, हमारा वो धर्म नहीं है। हमारे गुरुओं पीरों ने ये नहीं सिखाया कि किसी निजायज के ऊपर, फिर उनमें और हमारे में फर्क क्या रह गया। हमने जेन्युइन बात करनी है और उसका पहरा देना है, जितनी दूर तक देना पड़ेगा देंगे। अब तो हमारा भाई चला गया और खोने के लिए हमारे पास कुछ नहीं बचा, और अब लड़ाई लड़नी है ईमानदारी, बेईमानी की लड़ाई लड़नी हमारे गुरुओं ने हमें नहीं सिखाया। जुल्म करना भी गुनाह है, जुल्म सहना भी गुनाह है। बिल्कुल जी सर। और एक बात और बताना चाहता हूँ, यहाँ पे वकील साहब की जो कोशिशें हैं उनको सल्यूट बनता है हमारी टीम की तरफ से भी, क्योंकि अगर आज से 15 दिन पहले की बात करें तो ये केस जिस तरह से जा रहा था कि लड़का गया, तार में उलझा, उसकी डेथ होगी, एक एक्सीडेंट है, पोस्टमार्टम रिपोर्ट आई, पोस्टमार्टम रिपोर्ट में भी पुष्टि होगी कि लड़के की डेथ करंट लगने से हुई। लेकिन वकील साहब की कोशिशों की वजह से जो सच है, जो असली सच है सामने आया है, जिसकी आप रिजल्ट देख रहे हो कि जो क्राइम ब्रांच पूछताछ करने के लिए, जैसे कि निम्मा जी ने इससे पहले इंटरव्यू में भी बताया था कि पीटना तो एक तरफ, हमको तो कभी फोन भी नहीं किया क्राइम ब्रांच वालों ने, वही क्राइम ब्रांच आज भागे भागे फिर रही है, कभी निम्मा जी के घर, कभी लब्बा जी के घर, कभी लड़की वालों के घर। यही होती है सच्चाई की जीत। सर, जैसे कि आपने कुछ और अपडेट दे रहे थे कि इस केस में कुछ और भी सामने आया, जैसे परिवार वालों को कोई सहायता या लालच देने की कोशिश की गई हो। हाँ, वो भी मैं बताता हूँ कि कुछ लोगों ने परिवार को कृषि डिपार्टमेंट से मुआवजा दिलाने की बात की थी। अच्छा जी। कि हम आपको कृषि विभाग से मुआवजा दिलाते हैं, तो मैंने उनको स्ट्रिक्टली मना कर दिया है। मैं कहा मुआवजे के पीछे मत जाए, वो तो जितना चाहोगे बच्चे की फ्यूचर ग्रोथ को लेकर करोड़ों रुपए में भी बनता होगा तो मैं स्टेट से लेके दूंगा, उसके लिए मेरे पास बहुत समय है। पर अगर आज हमने वो कृषि वाला मुआवजा ले लिया तो ये लोग वो रंग डाल देंगे कि देखो जी इनको कृषि का मुआवजा मिल गया, करंट से बच्चा मरा है, बात खत्म। तो मैं कहा आपने 1 रुपया भी मुआवजा नहीं लेना। और मैं दोनों बच्चों को, इनको भी कह रहा हूँ, अपना वीर को, कि निम्नवीर आपको जिस पे शक हो कि जिन्होंने मारा है, आप अपना शक जाहिर कर सकते हैं कि हमें शक है कि इन लोगों ने मिलकर उनको मारा होगा। उसमें कोई डर, कोई घबराहट की जरूरत नहीं है, क्योंकि आप उसके दोस्त हो। देखो, 2 चीजें जरूरी होती हैं मर्डर को डिफाइन करने के लिए। सबसे पहला काम मौका, जिसको हम लास्ट सीन बोलते हैं, तो मौका क्लियर है कि वो कहाँ पे मिला। और दूसरा होता है भगवान भला करे मकसद, कि किसका मकसद था उसको मारने का। तो वो मकसद भी हमें साफ है, बट आप दोस्तों, आपको ज्यादा पता है तो आप बता सकते हो मकसद, मतलब किसको उसका कत्ल करने से फायदा होने वाला था या किसकी दुश्मनी थी। मेरे ख्याल से वकील साहब यही कहना चाहते हैं, या जिसको फायदा हो, या उसको मारने से उसको ठंड मिली हो, या उसकी ईगो ठंडी हुई हो, या कोई बदले की भावना हो। तो वो चीजें जायज हैं, आप बता सकते हैं पुलिस को अपने बयान के दौरान। और एक और बात याद रखना, जब भी पुलिस को जो भी लाइन बोले उसको पढ़ना है आपने, बिना पढ़े साइन नहीं करना। और कार्बन पेपर के बिना तो बिल्कुल ही नहीं करना। वो रोता मर जाए, अगर वो कहता कार्बन पेपर नहीं रखूंगा तो उसको कहना अपना हाथ रख, तेरे साथ एक जैसे मैंने हाथ में पकड़ा पेपर, भैया मैं पुलिस वाला हूँ, उसको बोलो ऐसे रख अपने हाथ में, तेरी फोटो खींचूंगा, साथ में फिर पेपर नीचे रख, ऐसे उंगलियां रख पेपर पे, ताकि तेरा हाथ बीच में आए, बिल्कुल किनारे किनारे पे, और उसकी फिर फोटो खींचनी उसके हाथ के समेत, जो आपने डॉक्यूमेंट उनको दिया है। आपका अधिकार है उस डॉक्यूमेंट को लेने का। और याद रखना, आज के बाद कोई स्टेटमेंट बिना कार्बन पेपर के, बिना फोटो खींचे, बिना पढ़े साइन तो करनी नहीं। और जब आपने साइन करना है, जहां लाइन खत्म हुई है वहां पे यूं करके लाइन खींचनी है पहले आप। बड़ी गंदी कौम है, आपको बता दूं, कुछ भी कर लेते हैं। जिन्होंने हमारा बच्चा मार के, जैसे मान लो, ये देखो मैं आपको सिखाता हूँ, मान लो मैं ये आपके बयान लिख रहा हूँ, ठीक है, ये बयान लिख रहा हूँ, पढ़े, दिख रहा है ना जी, ये बयान लिख रहा हूँ, दिख रहा है ना। जैसे यहाँ पे बयान खत्म हुआ, मान लो ये लाइन लिखते लिखते यहाँ खत्म हुई है, तो यहाँ पे साइन नहीं करने, बीच में इतनी जगह है, आपको बिल्कुल इसके साथ यहाँ लाइन खींचनी है, ऐसे करके फिर उसके बाद साइन करने हैं, या सीधे यहीं पे साइन करने हैं। मतलब बंद कर देनी है लाइन, उसके जगह नहीं छोड़नी आगे, लाइन बंद कर देनी है। हाँ जी, खत्म हो जाता है।
ਹਾਂਜੀ ਹਾਂਜੀ ਸਰ ਉਹਨੇ ਹਾਂ ਮੇਰੇ ਤੋਂ ਨਾ ਬਲੈਂਕ ਪੇਪਰ ਤੇ ਵੀ ਸਾਈਨ ਕਰਾ ਓ यार क्यों किए क्यों किया आपने? यार आप पढ़े लिखे हो। नहीं, वो कह रहे थे कि आधार कार्ड तुम्हारा निकलवाना है, इसलिए तुम साइन कर दो। नहीं 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 वो हम निकलवा के देंगे, बोलो। नो नो नो, वो आपने बहुत बड़ी गलती करी है। उनको बोलो आधार कार्ड निकलवाने के लिए मेरे साइन की जरूरत नहीं, सेक्शन 91 में उनके पास पावर होती है। कोई खाली कागज साइन नहीं करना और लाइन मारनी है, वो गड़बड़ हो गई अब तेरी। वो उससे क्या कर सकते हैं आप सोच सकते हो, उस ब्लैंक पेपर पे आपके साइन पर क्या यूज कर सकते हैं। 10-5 बंदे इकट्ठे करो, अपने सर्कल अफसर को मिलो, बोलो जी कुछ बंदे आए थे मेरे से 4-5 कागज खाली साइन करा के, जितने भी करा के गए हैं खाली साइन करा के गए हैं, मेरे वापस लेके दो। जरूरी है ये। सवेरे सबसे पहले हो जाना चाहिए। ओके ओके सर। अगर और भी कुछ छूट रहा है ना तो याद कर लो, वो कुछ गलत है। निम्मा जी आपसे तो नहीं कुछ करवाया है जी? सर अचानक आ रहे थे, आज इन्होंने दसिया नहीं कुछ, अचानक आए इसलिए सानू फिर अचानक मैंने फोन कर निम्मे ਨੂੰ ਫੋਨ ਕਰ ਕਿਸੇ ਨੂੰ ਕਰ, ਉਹਨੂੰ ਠਹਿਰੋ ਜੀ ਕਰਦੇ ਆ, ਡਰਨ ਦੀ ਲੋੜ ਨਹੀਂ। ਤੁਸੀਂ ਨਹੀਂ ਤਿਆਰ ਹੈਗੇ, ਤੁਸੀਂ ਮਨਾ ਕਰ ਦੋ ਵੀ ਮੈਂ ਅੱਜ ਤਿਆਰ ਨਹੀਂ ਹੈਗਾ। मेरी बात सुनो, लवप्रीत, एक और लवप्रीत लवी वाला केस है जो मलेरकोटले वाला, पुलिस ने 8,000 रुपया रिश्वत ली थी उनसे, जिनका बेटा मरा, वापस दिलवाए हैं मैंने पैसे। तो सबसे पहले कल मुझे अगर नहीं दे मुझे फोन कर, मैं इमीडिएट ईमेल कर दूंगा कि पुलिस वालों ने, मैं अभी कर देता हूँ, रुक अभी कर रहा हूँ 1 मिनट में। ये तो बहुत गलत बात हो जाएगी लवप्रीत लब्बा जी। आप सोच के देखो, इमेजिन करो आपके एक पेपर पे नीचे साइन है, उस पर कुछ भी आपका बयान लिखा हो सकता है कि हाँ जी वो लड़का ऐसे पहले ही था या ऐसा नहीं था। छोड़ो, एडमिशन लिख देंगे कि हाँ जी मैं मारे बच्चे नु। हाँ जी, उनका क्या है, तो कुछ सर भी लिख दे खाली खाली। ਸਰ ਇੱਕ ਬਾਤ ਹੋਰ ਆ, ਜਿੱਦਾਂ ਨਾ ਕਿ ਜਿਹੜੀ ਪੋਸਟਮਾਰਟਮ ਹੁੰਦੀ ਆ ਜਿਹੜਾ ਬੰਦੇ ਦਾ, ਤੇ ਉਹ ਬੰਦੇ ਨੂੰ ਸੀ ਕੇ ਭੇਜਦੇ ਆ ਕਿ ਉਦਾਂ ਹੀ ਭੇਜ ਦਿੰਦੇ ठीक है। सी के भेज दे, सी के पूरी तरह सी के। ਉਹਨਾਂ ਨਾਲ ਮੇਰੀ ਅੱਜ ਇਹੀ ਜਿੱਦਬਾਜ਼ੀ ਹੋ ਗਈ ਤੇ ਮੇਰੇ ਤੇ ਔਖੇ ਹੋ ਗਏ ਸੀ, ਤੇ ਮੈਂ ਕਿਹਾ ਉਹਦੀ ਬੋਡੀ ਸਿਲੀ ਨਹੀਂ ਸੀ, ਤੇ ਉਹ ਕਹਿੰਦੇ ਕਿ ਉਹਨਾਂ ਦੀ ਮਰਜ਼ੀ ਹੁੰਦੀ ਡਾਕਟਰ ਦੀ, ਤੇ ਉਹ ਉਦਾਂ ਹੀ ਬੋਡੀ नो 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 नो, कुत्ते की मौत थोड़ी मारे, बंदा मरिया। इंसान सी यार, वो कोई जानवर या कोई और थोड़ी सी। लिख देने पोस्टमार्टम रिपोर्ट ਤੇ ਕਿ ਪੋਸਟਮਾਰਟਮ ਤੋਂ ਬਾਅਦ ਇੰਨੇ ਟਾਂਕੇ ਛਾਤੀ ਤੇ, ਇੰਨੇ ਟਾਂਕੇ ਬਾਹ ਤੇ, ਇੰਨੇ ਟਾਂਕੇ ਲੱਤ ਤੇ, ਇੰਨੇ ਟਾਂਕੇ ਉੱਥੇ ਲਾਏ। ਉਹ ਥੋੜੀ ਗਲਤੀ ਹੋ ਗਈ, ਮੈਨੂੰ ਸੀਬੀਆਈ ਵਾਲੇ ਨਹੀਂ ਲੱਗਦੇ ਸੀ, ਉਹ ਦੂਜੇ ਪੁਲਿਸ ਵਾਲੇ ਲੱਗਦੇ ਸੀ। ਤੁਸੀਂ ਨਾ ਰਿਕਾਰਡਿੰਗ ਗਲਤੀ ਕਰਕੇ, ਮੈਂ ਵੈਸੇ ਨਿੰਮਾ ਜੀ ਨੂੰ ਕਾਲ ਵੀ ਕੀਤੀ ਸੀ, ਸ਼ਾਇਦ ਇਹ ਉਸ ਟਾਈਮ ਬਿਜੀ ਸੀ ਜਾਂ ਸਾਇਲੈਂਟ ਸੀ। ਮੈਂ ਇਹਨਾਂ ਨੂੰ ਇਹੀ ਦੱਸਣਾ ਸੀ ਵੀਡੀਓ ਬਣਾ ਲਿਓ ਤਾਂ ਕਿ ਤੁਹਾਡੇ ਕੋਲ ਪ੍ਰੂਫ ਰਹਿ ਸਕੇ। ਹਾਂਜੀ ਉਹ ਥੋੜੀ ਗਲਤੀ ਹੋ ਗਈ, ਅੱਜ ਪਤਾ ਸੀ ਨਹੀਂ ਇਸ ਬਾਰੇ, ਤਾਂ ਕਰਕੇ। ਕਿੱਥੋਂ ਦੇ ਕਹਿੰਦੇ ਸੀ, ਕਿਹੜੀ ਕੋਈ ਨੰਬਰ ਹੈ ਕਿਸੇ ਪੁਲਿਸ ਵਾਲੇ ਦਾ? ਨਹੀਂ ਸਾਡੇ ਤੋਂ ਨਹੀਂ ਹੈਗਾ। ਹਾਂ ਹੈਗਾ, ਇੱਕ ਨੰਬਰ ਹੈਗਾ, ਕੰਟੈਕਟ ਨੰਬਰ, ਉਹਨਾਂ ਨੇ ਫੋਨ ਕੀਤਾ ਸੀ ਆਉਣ ਤੋਂ ਪਹਿਲਾਂ, ਜਗ੍ਹਾ ਪੁੱਛਦੇ ਸੀ। ਦਿਓ ਨੰਬਰ ਦਿਓ ਮੈਨੂੰ ਹੁਣੇ ਦੇ। ਵਿੱਚੇ ਦਿਓ ਤੁਸੀਂ।